ਪੂਰੀ ਦੁਨੀਆ ਦੇ ਲੋਕ 25 ਦਸੰਬਰ ਮਨਾਉਂਦੇ ਹਨ। ਭਾਵੇਂ ਕੋਈ ਵੀ ਦੇਸ਼ ਹੋਵੇ ਜਾਂ ਧਰਮ, ਲੋਕ ਇਕੱਠੇ ਆਨੰਦ ਮਨਾਉਣ ਵਿੱਚ ਲਿਪਤ ਹੁੰਦੇ ਹਨ ਅਤੇ ਸਾਲ ਦੇ ਅੰਤ ਦਾ ਸਵਾਗਤ ਕਰਦੇ ਹੋਏ 25 ਦਸੰਬਰ ਨੂੰ ਕ੍ਰਿਸਮਸ ਨਾਮਕ ਤਿਉਹਾਰ ਮਨਾਉਂਦੇ ਹਨ। ਫਿਰ ਕੀ ਬਾਈਬਲ ਕਹਿੰਦੀ ਹੈ ਕਿ 25 ਦਸੰਬਰ ਯੀਸ਼ੂ ਦਾ ਜਨਮ ਦਿਨ ਹੈ? ਬਾਈਬਲ ਦੇ ਜ਼ਰੀਏ ਅਸੀਂ ਮਤੀ ਦੀ ਅੰਜੀਲ ਅਤੇ ਲੂਕਾ ਦੀ ਅੰਜੀਲ ਵਿੱਚ ਯੀਸ਼ੂ ਦੇ ਜਨਮ ਬਾਰੇ ਮਹੱਤਵਪੂਰਨ ਸੁਰਾਗ ਪਾ ਸਕਦੇ ਹਾਂ। ਇਹ ਰਿਕਾਰਡ ਬਹੁਤ ਹੀ ਮਹੱਤਵਪੂਰਨ ਸੁਰਾਗ ਦੱਸਦੇ ਹਨ ਕਿ ਕਿਉਂ ਯੀਸ਼ੂ ਦਾ ਜਨਮ ਦਸੰਬਰ ਵਿੱਚ ਬਿਲਕੁਲ ਵੀ ਨਹੀਂ ਹੋ ਸਕਦਾ। ਆਓ ਅਸੀਂ ਲੂਕਾ ਦੀ ਅੰਜੀਲ ਅਧਿਆਇ 2 ਆਇਤ 1 ਪੜ੍ਹੀਏ। ਉਨੀ ਦਿਨੀ ਇਉਂ ਹੋਇਆ ਕਿ ਕੈਸਰ ਅਗਸਤੁਸ ਦੇ ਕੋਲੋਂ ਹੁਕਮ ਨਿਕਲਿਆ ਜੋ ਸਾਰੀ ਦੁਨੀਆ ਦੀ ਮਰਦਮਸ਼ੁਮਾਰੀ ਹੋਵੇ। ਇਹ ਪਹਿਲੀ ਮਰਦਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਮ ਕੁਰੇਨੀਅਸ ਦੇ ਸਮੇਂ ਵਿੱਚ ਕੀਤੀ ਗਈ। ਤਦੋਂ ਸਭੋ ਆਪਣੇ ਆਪਣੇ ਨਗਰ ਨੂੰ ਨਾਉਂ ਲਿਖਾਉਣ ਚੱਲੇ ਅਤੇ ਯੂਸਫ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਔਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦੀਆ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਿਮ ਕਹਾਉਂਦਾ ਹੈ ਗਿਆ। ਭਾਈ ਆਪਣੀ ਮੰਗ ਮਰੀਅਮ ਸਣੇ ਜੋ ਗਰਭਵਤੀ ਸੀ ਆਪਣਾ ਨਾਉਂ ਲਿਖਾਵੇ। ਅਤੇ ਇਉਂ ਹੋਇਆ ਕਿ ਉਹਨਾਂ ਦੇ ਉੱਥੇ ਹੁੰਦਿਆਂ ਮਰੀਅਮ ਦੇ ਜਣਨੇ ਦੇ ਦਿਨ ਪੂਰੇ ਹੋ ਗਏ ਅਤੇ ਉਹ ਆਪਣਾ ਜੇਠਾ ਪੁੱਤਰ ਜਣੀ ਔਰ ਉਹਨੂੰ ਕੱਪੜੇ ਵਿੱਚ ਵਲੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਹਨਾਂ ਨੂੰ ਸਰਾਂ ਵਿੱਚ ਥਾਂ ਨਾ ਮਿਲਿਆ। ਆਓ ਵਚਨ 8 ਨਾਲ ਜਾਰੀ ਰਹੀਏ। ਉਸ ਦੇਸ਼ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚੁਫੇਰੇ ਚਮਕਿਆ। ਸਾਨੂੰ ਇਸ ਵਚਨ ਉੱਤੇ ਧਿਆਨ ਦੇਣਾ ਚਾਹੀਦਾ ਹੈ। ਅਯਾਲੀ ਕਿੱਥੇ ਰਹਿ ਰਹੇ ਸੀ? ਇਹ ਕਹਿੰਦਾ ਹੈ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ। ਇਹ ਕਿਹੜਾ ਸਮਾਂ ਸੀ? ਇਹ ਦਿਨ ਦਾ ਸਮਾਂ ਨਹੀਂ ਪਰ ਰਾਤ ਦਾ ਸਮਾਂ ਸੀ। ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੀ ਇੱਜੜ ਦੀ ਰਾਖੀ ਕਰਦੇ ਸਨ। ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚੁਫੇਰੇ ਚਮਕਿਆ ਅਤੇ ਉਹ ਬਹੁਤ ਹੀ ਡਰ ਗਏ। ਤਦ ਦੂਤ ਨੇ ਉਹਨਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗਾ। ਭਾਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ। ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ। ਤਾਂ ਇੱਕਦਮ ਸੁਰਗ ਦੀ ਫੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ਵਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ, ਪਰਮ ਧਾਮ ਵਿੱਚ ਪਰਮੇਸ਼ਵਰ ਦੀ ਵਡਿਆਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ। ਤਾਂ ਇਉਂ ਹੋਇਆ ਕਿ ਜਦ ਦੂਤ ਉਹਨਾਂ ਦੇ ਕੋਲੋਂ ਚਲੇ ਗਏ ਤਦ ਅਯਾਲੀਆ ਨੇ ਆਪਸ ਵਿੱਚ ਆਖਿਆ, ਆਓ ਹੁਣ ਬੈਤਲਹਿਮ ਤੀਕਰ ਚਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹਦੀ ਪ੍ਰਭੂ ਨੇ ਸਾਨੂੰ ਖਬਰ ਦਿੱਤੀ ਹੈ। ਤਦ ਉਹਨਾਂ ਨੇ ਛੇਤੀ ਨਾਲ ਆਣ ਕੇ ਮਰੀਅਮ ਅਤੇ ਯੂਸਫ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਡਿੱਠਾ ਅਤੇ ਵੇਖ ਕੇ ਉਹਨਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਹੱਕ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਸੁਣਾਇਆ। ਅਤੇ ਸਾਰੇ ਸੁਣਨ ਵਾਲੇ ਇਹਨਾਂ ਗੱਲਾਂ ਤੋਂ ਜੋ ਅਯਾਲੀਆ ਨੇ ਉਹਨਾਂ ਨੂੰ ਕਹੀਆਂ ਹੈਰਾਨ ਹੋਏ। ਪਰ ਮਰੀਅਮ ਨੇ ਇਹਨਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ ਅਤੇ ਅਯਾਲੀ ਇਹਨਾਂ ਸਭਨਾਂ ਗੱਲਾਂ ਦੇ ਵਿਖੇ ਜ਼ਿਕਰ ਉਹਨਾਂ ਨੂੰ ਕਹੀਆਂ ਗਈਆਂ ਸਨ ਤੀਕਰ ਸੁਣ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਮੁੜ ਗਏ। ਇਹਨਾਂ ਵਚਨਾਂ ਵਿੱਚ ਲਿਖਿਆ ਗਿਆ ਇਹ ਦ੍ਰਿਸ਼ ਸਾਨੂੰ ਯੀਸ਼ੂ ਦੇ ਜਨਮ ਬਾਰੇ ਇੱਕ ਮਹੱਤਵਪੂਰਨ ਸੁਰਾਗ ਦਿੰਦਾ ਹੈ। ਇਜ਼ਰਾਈਲ ਵਿੱਚ ਦਸੰਬਰ ਵਿੱਚ ਔਸਤ ਤਾਪਮਾਨ ਲਗਭਗ 10 ਡਿਗਰੀ ਸੈਲਸੀਅਸ ਹੈ। ਇਸ ਲਈ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਦਸੰਬਰ ਦੇ ਮੌਸਮ ਦਾ ਸਮਾਂ ਉਹ ਸਮਾਂ ਨਹੀਂ ਹੈ ਕਿ ਭੇਡਾਂ ਨੂੰ ਇਜ਼ਰਾਈਲ ਦੇ ਕਿਸੇ ਵੀ ਸ਼ਹਿਰ ਵਿੱਚ ਬਾਹਰ ਚਰਾਇਆ ਜਾਵੇ। ਭੇਡਾਂ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਬਾਹਰ ਚਰਦੀਆਂ ਹਨ। ਪਰ ਜਦੋਂ ਅਸੀਂ ਲੂਕਾ ਦੀ ਅੰਜੀਲ ਵਿੱਚ ਵਚਨਾਂ ਨੂੰ ਪੜ੍ਹਦੇ ਹਾਂ ਤਦ ਸਵਰਗਦੂਤਾਂ ਨੇ ਯੀਸ਼ੂ ਦੇ ਜਨਮ ਬਾਰੇ ਕਿਸ ਨੂੰ ਸੂਚਿਤ ਕੀਤਾ? ਇਹ ਲਿਖਿਆ ਹੈ ਕਿ ਸਵਰਗਦੂਤਾਂ ਨੇ ਅਯਾਲੀਆਂ ਨੂੰ ਸੂਚਿਤ ਕੀਤਾ ਜੋ ਰਾਤ ਨੂੰ ਬਾਹਰ ਰਹਿ ਕੇ ਆਪਣੇ ਇੱਜੜ ਦਾ ਪਹਿਰਾ ਦਿੰਦੇ ਸੀ। ਦਸੰਬਰ ਵਿੱਚ ਰਾਤ ਦੇ ਸਮੇਂ ਤਾਪਮਾਨ ਤੇਜ਼ੀ ਨਾਲ ਡਿੱਗਦਾ ਹੈ। ਪਰ ਜਦੋਂ ਯੀਸ਼ੂ ਦਾ ਜਨਮ ਹੋਇਆ ਸੀ ਉਦੋਂ ਇਹ ਇੱਕ ਅਜਿਹਾ ਮੌਸਮ ਸੀ ਜਦੋਂ ਅਯਾਲੀ ਭੇਡਾਂ ਨੂੰ ਰਾਤ ਨੂੰ ਰੜ ਵਿੱਚ ਚਰਾਉਂਦੇ ਹੋਏ ਇੱਜੜ ਦਾ ਪਹਿਰਾ ਦੇ ਰਹੇ ਸੀ। ਇਸ ਕਰਕੇ ਯੀਸ਼ੂ ਦਾ ਜਨਮ 25 ਦਸੰਬਰ ਨੂੰ ਕਦੀ ਨਹੀਂ ਹੋ ਸਕਦਾ। ਫਿਰ ਦੁਨੀਆ ਦੇ ਲੋਕਾਂ ਨੇ ਇਹ ਮੰਨਦੇ ਹੋਏ ਕਿ 25 ਦਸੰਬਰ ਯੀਸ਼ੂ ਦਾ ਜਨਮ ਦਿਨ ਹੈ, ਇਸ ਦਿਨ ਨੂੰ ਕਦੋਂ ਮਨਾਉਣਾ ਸ਼ੁਰੂ ਕੀਤਾ? ਹੈਰਾਨੀਜਨਕ ਰੂਪ ਨਾਲ ਯੀਸ਼ੂ ਦੇ ਸਮੇਂ ਵਿੱਚ 25 ਦਸੰਬਰ ਨੂੰ
ਕਦੀ ਵੀ ਯੀਸ਼ੂ ਦੇ ਜਨਮ ਦਿਨ ਦੇ ਰੂਪ ਵਿੱਚ ਨਹੀਂ ਮਨਾਇਆ ਗਿਆ ਸੀ ਅਤੇ ਨਾ ਹੀ ਇਸ ਨੂੰ ਰਸੂਲਾਂ ਦੇ ਯੁੱਗ ਵਿੱਚ, ਨਾ ਹੀ ਰਸੂਲਾਂ ਦੁਆਰਾ ਸਿਖਾਏ ਗਏ ਚੇਲਿਆਂ ਦੇ ਸਮੇਂ ਵਿੱਚ ਮਨਾਇਆ ਗਿਆ ਸੀ। ਯੀਸ਼ੂ ਦੇ ਸਵਰਗ ਜਾਣ ਤੋਂ ਬਾਅਦ ਅਤੇ ਰਸੂਲ ਯੂਹੰਨਾ ਜੋ ਅੰਤਿਮ ਰਸੂਲ ਸੀ, ਉਸ ਦੀ ਮੌਤ ਤੋਂ ਬਾਅਦ ਈਸਾਈ ਧਰਮ ਨੇ ਇੱਕ-ਇੱਕ ਕਰਕੇ ਸੂਰਜ ਦੇਵਤਾ ਦੀ ਉਪਾਸਨਾ ਦੇ ਰੀਤੀ ਰਿਵਾਜਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ। ਆਖਰਕਾਰ ਰਸੂਲ ਯੂਹੰਨਾ ਦੀ ਮੌਤ ਦੇ ਲਗਭਗ 250 ਸਾਲਾਂ ਬਾਅਦ ਲਗਭਗ 354 ਈਸਵੀ ਵਿੱਚ ਕ੍ਰਿਸਮਸ ਦੀ ਸਥਾਪਨਾ ਕੀਤੀ ਗਈ ਸੀ। ਕ੍ਰਿਸਮਸ ਅਤੇ ਇਸ ਦੀ ਉਤਪਤੀ ਦੇ ਸੰਬੰਧ ਵਿੱਚ ਰੋਮ ਵਿੱਚ 3 ਪ੍ਰਮੁੱਖ ਸਾਲਾਨਾ ਤਿਉਹਾਰ ਸੀ। 3 ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਸੂਰਜ ਦੇਵਤਾ ਦੀ ਉਪਾਸਨਾ ਕਰਨ ਦਾ ਤਿਉਹਾਰ ਸੀ, ਖਾਸ ਤੌਰ ਤੇ ਉਸ ਦੇ ਜਨਮ ਨੂੰ ਮਨਾਉਣ ਦਾ ਤਿਉਹਾਰ। ਈਸਾਈ ਧਰਮ ਨੇ ਇਸ ਤਿਉਹਾਰ ਨੂੰ ਉਸ ਦਿਨ ਦੇ ਰੂਪ ਵਿੱਚ ਬਦਲ ਦਿੱਤਾ ਜਦੋਂ ਯੀਸ਼ੂ ਦਾ ਜਨਮ ਹੋਇਆ। ਉਸ ਸਮੇਂ ਤੋਂ ਈਸਾਈ ਇਸ ਨੂੰ ਯੀਸ਼ੂ ਦੇ ਜਨਮ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ। ਪਰ ਇਸ ਤਿਉਹਾਰ ਦੇ ਰੀਤੀ ਰਿਵਾਜ ਆਪਣੇ ਆਪ ਵਿੱਚ ਸੂਰਜ ਦੇਵਤਾ ਦੇ ਜਨਮ ਦਿਨ ਨੂੰ ਮਨਾਏ ਜਾਣ ਤੇ ਆਧਾਰਿਤ ਹਨ ਅਤੇ ਪਾਏ ਜਾਂਦੇ ਹਨ। ਇਹ ਅਸਲ ਵਿੱਚ ਸੂਰਜ ਦੇਵਤਾ ਦੀ ਉਪਾਸਨਾ ਕਰਨ ਦਾ ਦਿਨ ਹੈ। ਗੱਲ ਇਹ ਨਹੀਂ ਹੈ ਕਿ ਕ੍ਰਿਸਮਸ ਮਤਲਬ 25 ਦਸੰਬਰ ਯੀਸ਼ੂ ਦਾ ਜਨਮ ਦਿਨ ਹੈ ਜਾਂ ਨਹੀਂ, ਪਰ ਇਹ ਹੈ ਕਿ ਅਸੀਂ ਪਰਮੇਸ਼ਵਰ ਦੇ ਨਿਯਮਾਂ ਦਾ ਪਾਲਨ ਕਰਦੇ ਹਾਂ ਜਾਂ ਨਹੀਂ, ਕਿਉਂਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਮਾਮਲਾ ਹੈ ਕਿ ਸਾਨੂੰ ਇਸ ਨੂੰ ਛੋਟੀ ਜਿਹੀ ਗੱਲ ਸਮਝਣਾ ਚਾਹੀਦਾ ਹੈ ਕਿ ਬਾਈਬਲ ਵਿੱਚ ਪਰਮੇਸ਼ਵਰ ਦੀਆਂ ਪਵਿੱਤਰ ਸਿੱਖਿਆਵਾਂ ਨਹੀਂ ਹਨ ਜੋ ਸਾਨੂੰ ਵਿਸ਼ਵਾਸ ਦੇ ਸਹੀ ਰਾਹ ਉੱਤੇ ਲੈ ਕੇ ਜਾ ਸਕਦੀਆਂ ਹਨ। ਸਾਨੂੰ ਹਮੇਸ਼ਾ ਨਵੇਂ ਨੇਮ ਵਿੱਚ ਰਹਿਣਾ ਚਾਹੀਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਆਓ ਅਸੀਂ ਹਮੇਸ਼ਾ ਉਹਨਾਂ ਵਿਧੀਆਂ, ਨਿਯਮਾਂ ਅਤੇ ਵਿਵਸਥਾ ਵਿੱਚ ਬਣੇ ਰਹੀਏ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਨੂੰ ਮਨਾਉਣ ਦਾ ਹੁਕਮ ਦਿੱਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।